मैं अभय सिंह संधू शहीद भगत सिंह इन्हां दे भतीजा उन्हां दे छोटे भाई कुलबीर सिंह का बेटा है। ये जिहड़े कानून बनाए है ये सरकारां जिहड़ियां भी रहियां भावें अंग्रेज़ां दे टाइम तो ये चीज़ां जिहड़ियां किसानां दे उपर वधीकी जिहड़ी हुंदी रही है। और 1906 दे विच बहुत वड्डा पंजाब दे विच खास तौर ते तीन कानून बनाए गए सी। उदों भी वो भी काले कानून सी, ਜ਼ਮੀਨਾਂ ਖੋਹਣ ਵਾਸਤੇ, ਜ਼ਮੀਨਾਂ ਤੋਂ ਕੱਢਣ ਵਾਸਤੇ ਔਰ ਉਹਨਾਂ ਨੂੰ ਆਪਣੀ ਮਰਜ਼ੀ ਦੀ ਫਸਲ ਨਾ ਵਾਹੁਣੀ, ਉਦੋਂ ਇਸ ਤਰ੍ਹਾਂ ਦੇ ਮਤਲਬ ਕਾਨੂੰਨ ਬਣਾਏ ਗਏ ਸੀ। ਉਹਦੇ ਵਾਸਤੇ ਸਾਡੇ ਬਜ਼ੁਰਗ ਚਾਚਾ ਅਜੀਤ ਸਿੰਘ ਜੀ ਨੇ ਮੁਹਿੰਮ ਵੱਢੀ ਸੀ। ਉਸ ਵੇਲੇ ਪਗੜੀ ਸੰਭਾਲ ਜੱਟਾਂ ਦੇ ਨਾਂ 'ਤੇ ਮੁਹਿੰਮ ਜੋ ਚੱਲੀ, ਉਸ ਵੇਲੇ ਦੇ ਹਾਲਾਤ ਦੇ ਮੁਤਾਬਕ ਮਤਲਬ ਹਜ਼ਾਰਾਂ ਕੀ ਮਤਲਬ ਲੱਖ ਦੇ ਕਰੀਬ ਬੰਦਾ ਉਸ ਵੇਲੇ ਪਹੁੰਚ ਗਿਆ। ਔਰ ਕੋਈ ਸਾਧਨ ਨਹੀਂ ਹੁੰਦੇ ਸੀ, ਲੋਕੀ ਪੈਦਲ ਹੀ ਤੁਰ ਕੇ ਪਹੁੰਚ ਕੇ ਉੱਥੇ ਪਹੁੰਚੇ ਅਤੇ ਲਾਲਾ ਲਾਜਪਤ ਰਾਏ ਅਜੀਤ ਸਿੰਘ ਦੇ ਨਾਲ ਉਸ ਵੇਲੇ ਸਟੇਜ ਸਾਂਝੀ ਕੀਤੀ। ਅਤੇ ਉੱਥੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਆਰਮੀ ਨੂੰ ਅਪਰੋਚ ਕੀਤੀ ਵੀ ਆਰਮੀ ਆ ਕੇ ਸੰਭਾਲੇ ਵੀ ਕਿਤੇ। ਸਰਕਾਰ ਵਾਰ-ਵਾਰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਮਜਬੂਰੀ ਨੂੰ ਸਮਝੋ, ਅਸੀਂ ਕਾਨੂੰਨ ਵਾਪਸ ਨਹੀਂ ਲੈ ਸਕਦੇ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਕੋਵਿਡ ਦਾ ਫਾਇਦਾ ਲੈ ਕੇ ਜਿੱਥੇ ਲੋਕਾਂ ਨੂੰ ਘਰਾਂ 'ਚ ਵਾੜਤਾ ਔਰ ਤੁਸੀਂ ਆਰਡੀਨੈਂਸ ਲਿਆ ਕੇ ਉਹਨੂੰ ਬਿੱਲ ਵੀ ਪਾਸ ਕਰਾ ਲਓ, ਰਾਜ ਸਭਾ 'ਚ ਬਹਿਸ ਵੀ ਨਾ ਕਰਾਓ ਔਰ ਉਹਨੂੰ ਪਾਸ ਕਰਾ ਕੇ ਤੁਸੀਂ ਰਾਤੋਂ ਰਾਤ ਮਤਲਬ ਇੱਕ ਇੰਨੀ ਕਿਹੜੀ ਐਮਰਜੈਂਸੀ ਸੀ ਵੀ ਰਾਤੋਂ ਰਾਤ ਪ੍ਰੈਜ਼ੀਡੈਂਟ ਵੀ ਸਾਈਨ ਕਰ ਦੇਵੇ। ਹਾਕਮ ਧਿਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਦੋਂ ਅੰਗਰੇਜ਼ ਸੀ ਤੇ ਹੁਣ ਆਪਣੇ ਹੀ ਨੇ। ਦੇਖੋ ਇਹ ਬਦਕਿਸਮਤੀ ਹੈ, ਅਸੀਂ ਇੰਨੀਆਂ ਲੜਾਈਆਂ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਆਜ਼ਾਦੀ ਲੈ ਕੇ ਔਰ ਡੈਮੋਕ੍ਰੇਸੀ ਦੇ ਨਾਲ ਅਸੀਂ ਬੰਦੇ ਨੂੰ ਚੁਣਿਆ, ਇੱਕ ਪਾਰਟੀ ਨੂੰ ਚੁਣਿਆ ਔਰ ਉਹ ਗੱਲ ਸੁਣਨ ਤੋਂ ਤਿਆਰ ਨਹੀਂ ਕਿਸੇ ਦੀ। ਕਿਸਾਨਾਂ ਦੇ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਜਿੱਥੇ ਐਕਟਰ ਕਲਾਕਾਰ ਵੀ ਪਹੁੰਚ ਰਹੇ ਨੇ ਤਾਂ ਉੱਥੇ ਹੀ ਸ਼ਹੀਦ ਭਗਤ ਸਿੰਘ ਦੇ ਭਤੀਜੇ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਰੋਜ਼ਾਨਾ ਨੂੰ। ਮਿਹਰਬਾਨੀ ਜੀ, ਸ਼ੁਕਰੀਆ। ਤੁਹਾਡਾ ਨਾਮ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ? ਮੈਂ ਅਭੈ ਸਿੰਘ ਸੰਧੂ ਸ਼ਹੀਦ ਭਗਤ ਸਿੰਘ ਇਹਨਾਂ ਦੇ ਭਤੀਜਾ ਉਹਨਾਂ ਦੇ ਛੋਟੇ ਭਾਈ ਕੁਲਬੀਰ ਸਿੰਘ ਦਾ ਬੇਟਾ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ? ਦੇਖੋ ਇਹ ਇੱਕ ਬਹੁਤ ਹੀ ਮੰਦਭਾਗੀ ਜੀ ਗੱਲ ਹੈ ਵੀ ਜਿਹੜਾ ਕਿਸਾਨਾਂ ਨੂੰ ਅੱਜ ਸੜਕਾਂ 'ਤੇ ਆ ਕੇ ਬਹਿਣਾ ਪੈ ਰਿਹਾ ਹੈ। ਔਰ ਇਹ ਜਿਹੜੇ ਕਾਨੂੰਨ ਬਣਾਏ ਹੈ ਇਹ ਸਰਕਾਰਾਂ ਜਿਹੜੀਆਂ ਵੀ ਰਹੀਆਂ ਭਾਵੇਂ ਅੰਗਰੇਜ਼ਾਂ ਦੇ ਟਾਈਮ ਤੋਂ ਇਹ ਚੀਜ਼ਾਂ ਜਿਹੜੀਆਂ ਕਿਸਾਨਾਂ ਦੇ ਉੱਪਰ ਵਧੀਕੀ ਜਿਹੜੀ ਹੁੰਦੀ ਰਹੀ ਹੈ। ਔਰ 1906 ਦੇ ਵਿੱਚ ਬਹੁਤ ਵੱਡਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹ ਤਿੰਨ ਕਾਨੂੰਨ ਬਣਾਏ ਗਏ ਸੀ। ਉਦੋਂ ਵੀ ਉਹ ਵੀ ਕਾਲੇ ਕਾਨੂੰਨ ਸੀ, ਜ਼ਮੀਨਾਂ ਖੋਹਣ ਵਾਸਤੇ, ਜ਼ਮੀਨਾਂ ਤੋਂ ਕੱਢਣ ਵਾਸਤੇ ਔਰ ਉਹਨਾਂ ਨੂੰ ਆਪਣੀ ਮਰਜ਼ੀ ਦੀ ਫਸਲ ਨਾ ਵਾਹੁਣੀ, ਉਦੋਂ ਇਸ ਤਰ੍ਹਾਂ ਦੇ ਮਤਲਬ ਕਾਨੂੰਨ ਬਣਾਏ ਗਏ ਸੀ ਕਿ ਉਹਦੇ ਵਾਸਤੇ ਸਾਡੇ ਬਜ਼ੁਰਗ ਚਾਚਾ ਅਜੀਤ ਸਿੰਘ ਜੀ ਨੇ ਮੁਹਿੰਮ ਵੱਢੀ ਸੀ। ਉਸ ਵੇਲੇ ਪਗੜੀ ਸੰਭਾਲ ਜੱਟਾਂ ਦੇ ਨਾਂ 'ਤੇ ਮੁਹਿੰਮ ਜੋ ਚੱਲੀ ਔਰ ਉਹਦੇ ਵਿੱਚ ਇਹੋ ਜਿਹੀ ਪੋਜੀਸ਼ਨ ਬਣ ਗਈ ਕਿ 22 ਮਾਰਚ 1907 ਦੇ ਵਿੱਚ ਇੱਕ ਬਹੁਤ ਵੱਡੀ ਲਾਇਲਪੁਰ ਦੇ ਵਿੱਚ ਕਾਨਫਰੰਸ ਹੋਈ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇੰਨੇ ਲੋਕ ਇਕੱਠੇ ਹੋਣਗੇ, ਜਿਵੇਂ ਅੱਜ ਦੀ ਸਰਕਾਰ ਨੂੰ ਨਹੀਂ ਸੋਚ ਸਕਦੀ ਸੀ। ਉਸ ਤੋਂ ਵੀ ਕਿਤੇ ਉਸ ਵੇਲੇ ਦੇ ਹਾਲਾਤ ਦੇ ਮੁਤਾਬਕ ਮਤਲਬ ਹਜ਼ਾਰਾਂ ਕੀ ਮਤਲਬ ਲੱਖ ਦੇ ਕਰੀਬ ਬੰਦਾ ਉਸ ਵੇਲੇ ਪਹੁੰਚ ਗਿਆ ਔਰ ਕੋਈ ਸਾਧਨ ਨਹੀਂ ਹੁੰਦੇ ਸੀ, ਲੋਕੀ ਪੈਦਲ ਹੀ ਤੁਰ ਕੇ ਪਹੁੰਚ ਕੇ ਉੱਥੇ ਪਹੁੰਚੇ ਅਤੇ ਲਾਲਾ ਲਾਜਪਤ ਰਾਏ ਅਜੀਤ ਸਿੰਘ ਦੇ ਨਾਲ ਉਸ ਵੇਲੇ ਸਟੇਜ ਸਾਂਝੀ ਕੀਤੀ। ਅਤੇ ਉੱਥੇ ਲੋਕਲ ਐਡਮਿਨਿਸਟ੍ਰੇਸ਼ਨ ਨੇ ਆਰਮੀ ਨੂੰ ਅਪਰੋਚ ਕੀਤੀ ਵੀ ਆਰਮੀ ਆ ਕੇ ਸੰਭਾਲੇ ਵੀ ਕਿਤੇ ਕੋਈ ਗਲਤ ਨਾ ਕੰਮ ਹੋ ਜਾਣ। ਔਰ ਆਰਮੀ ਨੇ ਜਵਾਬ ਦੇ ਦਿੱਤਾ, ਮਤਲਬ ਉਹਦੇ 'ਚ ਗੱਲ ਇਹ ਸੀ ਵੀ ਆਰਮੀ ਨੇ ਜਵਾਬ ਦੇ ਦਿੱਤਾ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ। ਅਤੇ ਸਰਕਾਰ ਉਸ ਤੋਂ ਬਹੁਤ ਇੱਕ ਤਰ੍ਹਾਂ ਦੀ ਘਬਰਾ ਗਈ ਕਿ ਬਾਕੀ ਜਗ੍ਹਾ 'ਤੇ ਨਾ ਬਗਾਵਤ ਅਗਰ ਆਰਮੀ 'ਚ ਹੋ ਗਈ ਤਾਂ ਆਰਮੀ ਦੇ ਸਿਰ 'ਤੇ ਸਾਰਾ ਉਹਨਾਂ ਦਾ ਚੱਲਦਾ ਸੀ। ਅਤੇ ਉਹੀ ਚੀਜ਼ਾਂ ਅੱਜ ਲੱਗਦੀਆਂ ਨੇ ਕਿ ਅੱਜ 114 ਸਾਲ ਬਾਅਦ ਤਿੰਨ ਕਾਨੂੰਨ ਉਹੋ ਜਿਹੇ ਮਿਲਦੇ ਜੁਲਦੇ ਔਰ ਕਿਸਾਨ ਅੱਜ ਸੜਕਾਂ 'ਤੇ ਹੈ, ਠੰਡ ਦੇ ਵਿੱਚ ਮਰ ਰਹੇ ਨੇ ਔਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਔਰ ਇਹ ਜ਼ਰੂਰੀ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਇਸ ਵੇਲੇ ਅੰਦੋਲਨ ਨੂੰ ਅੱਗੇ ਵਧਾਈਏ ਔਰ ਸਰਕਾਰ ਨੂੰ ਅਲਟੀਮੇਟਲੀ ਝੁਕਣਾ ਪਏਗਾ ਜੋ ਮੈਂ ਸਮਝਦਾ
ਕਿਉਂਕਿ ਸਰਕਾਰ ਵੀ ਕੋਈ ਸੌਖੀ ਨਹੀਂ ਚੱਲ ਰਹੀ। ਜਿਵੇਂ ਸਰਕਾਰ ਵਾਰ-ਵਾਰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਮਜਬੂਰੀ ਨੂੰ ਸਮਝੋ, ਅਸੀਂ ਕਾਨੂੰਨ ਵਾਪਸ ਨਹੀਂ ਲੈ ਸਕਦੇ। ਇਹ ਮਜਬੂਰੀ ਕੀ ਹੋ ਸਕਦੀ? ਦੇਖੋ ਮਜਬੂਰੀ ਤੇ ਸਾਰੇ ਬੜੀ ਸਾਫ਼ ਜੀ ਹੈ ਕਿ ਕਾਰਪੋਰੇਟ ਘਰਾਣਿਆਂ ਨੇ ਹੀ ਇਹ ਕਾਨੂੰਨ ਬਣਾਇਆ ਹੈ, ਸਰਕਾਰ ਨੇ ਨਹੀਂ ਬਣਾਇਆ। ਇਹ ਕਾਰਪੋਰੇਟ ਘਰਾਣਿਆਂ ਨੇ ਕਾਨੂੰਨ ਬਣਾਇਆ ਔਰ ਉਹਨਾਂ ਦੇ ਫਾਇਦੇ, ਉਹ ਆਪਣੇ ਫਾਇਦੇ ਵਾਸਤੇ ਹੈ। ਉਹ ਇੱਕ ਕਾਰੋਬਾਰੀ ਨੇ, ਉਹਨਾਂ ਨੂੰ ਜਿਹੜੀ ਚੀਜ਼ ਦਾ ਫਾਇਦਾ ਲੱਗੇਗਾ। ਹੁਣ ਪਿੱਛੇ ਜਿਹੜਾ ਇਹ ਸਾਲ ਨਿਕਲਿਆ ਹੈ, ਉਹਦੇ ਵਿੱਚ ਸਭ ਤੋਂ ਵੱਡੀ ਸਰਕਾਰ ਦੀ GDP ਜਿਹੜੀ ਹੈ ਉਹ ਕਿਸਾਨੀ ਦੇ ਨਾਲ ਵਧੀ, ਅਦਰਵਾਈਜ਼ ਮਾਈਨਸ 'ਚ ਪਹੁੰਚ ਗਿਆ ਸੀ ਕੰਮ ਕਿਤੇ, ਤੇ ਉਹ ਉਹਨਾਂ ਨੂੰ ਦਿਖਣ ਲੱਗ ਪਿਆ ਤੇ ਬਹੁਤ ਵਧੀਆ ਕੰਮ ਹੈ, ਇਹਨੂੰ ਵੀ ਕੈਪਚਰ ਕਰੀਏ। ਹਰ ਫੀਲਡ ਉਹਨਾਂ ਨੇ ਮਤਲਬ ਰੇਲਵੇ 'ਤੇ ਕਰ ਲਿਆ, ਆਇਲ 'ਤੇ ਕੀਤਾ ਹੈ, ਪਹਿਲੇ ਏਅਰਲਾਈਨ ਨੂੰ ਵੀ ਕਰ ਰਹੇ ਨੇ, ਉਹ ਟੈਲੀਫੋਨ ਦਾ ਲੈ ਲਿਆ ਉਹਨਾਂ ਨੇ ਸਾਰਾ, ਮਤਲਬ BSNL ਬੰਦ ਹੋਣ ਨੂੰ ਫਿਰਦੀ ਹੈ ਔਰ ਜੀਓ ਨੂੰ ਪ੍ਰੋਫਿਟ ਆ ਰਿਹਾ। ਤੇ ਉਹ ਉਹਨਾਂ ਨੇ ਕਾਨੂੰਨ ਬਣਾਏ ਆ, ਉਹ ਉਹਨਾਂ ਦੀ ਤੌਰ ਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਉਹਨਾਂ ਨੇ ਕਿਹਾ ਕਿ ਕਰਵਾਏ ਗਏ। ਉਹਨਾਂ ਦੇ ਮਤਲਬ ਉਹਨਾਂ ਦੇ ਜਿਵੇਂ ਲੱਗਦਾ ਕਿ ਉਹਨਾਂ ਦੇ ਜਿਹੜੇ CEO ਨੇ ਉਹਨਾਂ ਨੇ ਬਹਿ ਕੇ ਬਣਾਏ ਆ, ਸਰਕਾਰ ਨੇ ਨਹੀਂ ਬਣਾਏ। ਉਹਨਾਂ ਨੂੰ ਇੱਕ ਕਾਪੀ ਦੇ ਦਿੱਤੀ ਵੀ ਆ ਫੜੋ ਤੇ ਤੁਸੀਂ ਇਹਨੂੰ ਪਾਸ ਕਰ ਦਿਓ, ਪਰ ਉਹ ਪਾਸ ਹੋ ਗਏ। ਤੇ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਕੋਵਿਡ ਦਾ ਫਾਇਦਾ ਲੈ ਕੇ ਜਿੱਥੇ ਲੋਕਾਂ ਨੂੰ ਘਰਾਂ 'ਚ ਵਾੜਤਾ, ਔਰ ਤੁਸੀਂ ਆਰਡੀਨੈਂਸ ਲਿਆ ਕੇ ਉਹਨੂੰ ਬਿੱਲ ਵੀ ਪਾਸ ਕਰਾ ਲਓ, ਰਾਜ ਸਭਾ 'ਚ ਬਹਿਸ ਵੀ ਨਾ ਕਰਾਓ, ਔਰ ਉਹਨੂੰ ਪਾਸ ਕਰਾ ਕੇ ਤੁਸੀਂ ਰਾਤੋਂ ਰਾਤ, ਮਤਲਬ ਇੱਕ ਇੰਨੀ ਕਿਹੜੀ ਐਮਰਜੈਂਸੀ ਸੀ ਵੀ ਰਾਤੋਂ ਰਾਤ ਪ੍ਰੈਜ਼ੀਡੈਂਟ ਵੀ ਸਾਈਨ ਕਰ ਦੇਵੇ। ਬਿਹਾਰ ਚੋਣਾਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਕਰੋਨਾ ਨਹੀਂ ਹੈ ਉੱਥੇ, ਹੁਣ ਸੈਸ਼ਨ ਬੁਲਾਉਣਾ ਸੀ, ਉੱਥੇ ਕਰੋਨਾ ਦਾ ਕਰਕੇ ਉਹ ਵੀ ਨਹੀਂ ਬੁਲਾਇਆ। ਮਤਲਬ ਇਹ ਤੇ ਉਹਨਾਂ ਦੇ ਹੱਥ 'ਚ ਹੈ ਨਾ, ਬਟਨ ਦੱਬਿਆ ਵੀ ਇੱਥੇ ਕਰੋਨਾ ਹੋਣਾ ਚਾਹੀਦਾ, ਇੱਥੇ ਨਹੀਂ ਹੋਣਾ ਚਾਹੀਦਾ। ਤੁਹਾਡੇ ਪਰਿਵਾਰ ਦੇ ਲੋਕਾਂ ਨੇ ਬਹੁਤ ਲੰਬੀਆਂ ਲੜਾਈਆਂ ਲੜੀਆਂ, ਚਾਹੇ ਉਹ ਆਜ਼ਾਦੀ ਦੀ ਹੋਵੇ, ਚਾਹੇ ਪਗੜੀ ਸੰਭਾਲ ਜੱਟਾ ਲਹਿਰ ਹੋਵੇ। ਉਹਨਾਂ ਅੰਦੋਲਨਾਂ ਨੂੰ ਤੁਸੀਂ ਜ਼ਰੂਰ ਜਾਣਦੇ ਹੋਵੋਗੇ, ਉਹਨਾਂ ਦੇ ਵਿੱਚ ਤੇ ਇਸ ਅੰਦੋਲਨ ਦੇ ਵਿੱਚ ਕਿੰਨਾ ਕੁ ਫਰਕ ਸਮਝਦੇ ਹੋ ਲੋਕਾਂ ਦੇ ਵਿੱਚ? ਦੇਖੋ ਲੋਕ, ਉਹ ਅੰਦੋਲਨ ਇੱਕ ਬਹੁਤ ਘੱਟ ਗਿਣਤੀ ਦੇ ਲੋਕ ਇਨਵੋਲਵ ਸੀ, ਪਰ ਸੋਲਿਡ ਉਹਨਾਂ ਦੀ ਇਨਵੋਲਵਮੈਂਟ ਸੀ। ਇੱਥੇ ਇਨਵੋਲਵਮੈਂਟ ਹੁਣ ਆਮ ਲੋਕਾਂ ਦੀ ਹੋ ਗਈ ਹੈ, ਕਿਉਂਕਿ ਹਰ ਇੱਕ ਨੂੰ ਇਸ ਚੀਜ਼ ਦਾ ਅਸਰ ਪੈਣ ਵਾਲਾ ਹੈ ਜੀ, ਔਰ ਇਸ ਕਰਕੇ ਹਰ ਬੰਦਾ ਜਿਹੜਾ ਨਾ ਉਹ ਖੜਾ ਹੋ ਗਿਆ ਔਰ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ ਹੈ। ਔਰ ਇੱਕ ਹੁਣ ਇਹ ਗੱਲ ਬਣ ਗਈ ਹੈ ਕਿ ਮੈਨੂੰ ਉੱਥੇ ਜਾਣਾ ਚਾਹੀਦਾ, ਕਿਤੇ ਵੀ ਨੇੜੇ ਤੇੜੇ ਵੀ, ਜਿੱਥੇ ਵੀ ਅਗਰ ਲੋਕਲ ਲੈਵਲ 'ਤੇ ਵੀ ਜਿਹੜੇ ਧਰਨੇ ਲੱਗ ਰਹੇ ਨੇ, ਉਹ ਬਾਹਰ ਨਹੀਂ ਜਾ ਸਕਦਾ ਤੇ ਉੱਥੇ ਹੈ, ਸਵੇਰੇ ਜਾਂਦਾ ਵਾਪਸ ਆ ਜਾਂਦਾ, ਸ਼ਾਮ ਨੂੰ ਆ ਜਾਂਦਾ, ਤੇ ਮਤਲਬ ਉੱਥੇ ਪੂਰੀਆਂ ਡਿਊਟੀਆਂ ਸਾਰੇ ਦੇ ਰਹੇ ਨੇ। ਤੇ ਜਿਹੜੇ ਇੱਥੇ ਆਏ ਨੇ ਉਹਨਾਂ ਦੇ ਘਰਾਂ ਨੂੰ ਸਾਂਭਣ ਵਾਸਤੇ ਵੀ ਲੋਕ ਲੱਗੇ ਹੋਏ ਨੇ, ਔਰ ਮਿਲ ਕੇ ਪਿੰਡਾਂ ਦੇ ਵਿੱਚ ਆਪਣੀਆਂ ਡਿਊਟੀਆਂ ਵੰਡੀਆਂ ਵੀ ਅਸੀਂ ਤੇਰਾ ਕੰਮ ਇੱਥੇ ਸਾਂਭਾਂਗੇ, ਤੂੰ ਜਾ। ਤੇ ਮਤਲਬ ਇੱਕ ਇਹ ਪਬਲਿਕ ਦੀ ਮੂਵਮੈਂਟ ਬਣ ਗਈ ਹੈ, ਕਿਸਾਨਾਂ ਦੀ ਨਹੀਂ ਰਹਿ ਗਈ, ਆਮ ਪਬਲਿਕ ਦੀ ਮੂਵਮੈਂਟ ਬਣ ਗਈ ਹੈ। ਤੇ ਹਾਕਮ ਧਿਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਦੋਂ ਅੰਗਰੇਜ਼ ਸੀ ਤੇ ਹੁਣ ਆਪਣੇ ਹੀ ਨੇ। ਦੇਖੋ ਇਹ ਬਦਕਿਸਮਤੀ ਹੈ, ਅਸੀਂ ਇੰਨੀਆਂ ਲੜਾਈਆਂ, ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਆਜ਼ਾਦੀ ਲੈ ਕੇ ਔਰ ਡੈਮੋਕ੍ਰੇਸੀ ਦੇ ਨਾਲ ਅਸੀਂ ਬੰਦੇ ਨੂੰ ਚੁਣਿਆ, ਇੱਕ ਪਾਰਟੀ ਨੂੰ ਚੁਣਿਆ, ਔਰ ਉਹ ਗੱਲ ਸੁਣਨ ਤੋਂ ਤਿਆਰ ਨਹੀਂ ਕਿਸੇ ਦੀ, ਔਰ ਉਸ ਗੱਲ ਨੂੰ ਮਤਲਬ ਘੁਮਾਈ ਜਾ ਰਹੀ ਹੈ। ਮਤਲਬ ਗੱਲ ਸੁਣਨ ਦੀ ਬਜਾਏ ਉਹਨੂੰ ਲੰਬਾ ਕਰਕੇ। ਜੇਕਰ ਗੱਲ ਸਰਕਾਰਾਂ ਦੀ ਵੀ ਕਰੀਏ, ਤੁਹਾਡੇ ਪਰਿਵਾਰ ਬਾਰੇ ਜੇਕਰ ਗੱਲ ਕਰੀਏ ਤਾਂ ਇਹ ਵੀ ਸੁਣਨ 'ਚ ਨੂੰ ਮਿਲਦਾ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਹਾਲੇ ਵੀ ਸਰਕਾਰੀ ਰਿਕਾਰਡ ਦੇ ਵਿੱਚ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇਹ ਫਿਰ ਉਦੋਂ ਮੰਦਭਾਗੀ ਗੱਲ ਹੈ, ਕਿਉਂਕਿ ਜੇ ਆਜ਼ਾਦੀ ਦੇ ਸ਼ਹੀਦਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਮ ਸ਼ਹੀਦ ਭਗਤ ਸਿੰਘ ਦਾ ਹੁੰਦਾ। ਦੇਖੋ ਉਹ ਜਿਹੜਾ ਸ਼ਹੀਦ ਦਾ ਦਰਜਾ ਵੀ ਹੈ ਨਾ, ਇਹ ਲੋਕਾਂ ਨੇ ਦਿੱਤਾ ਹੈ। ਬਿਲਕੁਲ, ਲੋਕਾਂ ਦੇ ਦਿਲ 'ਚ ਅੱਜ ਵੀ ਸ਼ਰਧਾ ਹੈ। ਉਹਨਾਂ ਨੇ ਸ਼ਹੀਦ ਆਜ਼ਮ ਦਾ ਦਰਜਾ ਦਿੱਤਾ, ਸ਼ਹੀਦ ਦਾ ਦਰਜਾ ਦਿੱਤਾ, ਤੇ ਸਰਕਾਰ ਵੱਲੋਂ ਉਹ ਕਹਿੰਦੇ ਵੀ ਸ਼ਹੀਦ ਹੋਏ, ਠੀਕ ਹੈ, ਦੈਟਸ ਆਲ। ਇਹ ਸਰਕਾਰ ਵੀ ਜਿਹੜੀ ਮੌਜੂਦਾ ਸਰਕਾਰ ਹੈ, ਇਹਨੇ ਵੀ ਜਦੋਂ 14 'ਚ ਆਉਣਾ ਸੀ ਹਰਿਆਣੇ 'ਚ ਹੀ, ਇੱਥੇ ਪਹਿਲੀ ਵਾਰੀ ਇਹ ਮੀਟਿੰਗ ਹੋਈ ਚਰਖੀ ਦਾਦਰੀ ਦੇ ਰਿਵਾੜੀ ਦੇ ਕੋਲ, ਤੇ ਉਹਦੇ 'ਚ ਵੀ ਇਹਨਾਂ ਨੇ ਕਿਹਾ ਵੀ ਅਸੀਂ ਜਿਵੇਂ ਵੀ ਆਵਾਂਗੇ, ਸਰਕਾਰ ਸਾਡੀ ਬਣੇਗੀ ਤੇ ਅਸੀਂ ਪਹਿਲੇ ਸ਼ਹੀਦ ਦਾ ਦਰਜਾ ਦੇਵਾਂਗੇ। ਉਸ ਤੋਂ ਬਾਅਦ ਕਈ ਵਾਰੀ ਪਾਰਲੀਮੈਂਟ 'ਚ ਲੋਕਾਂ ਨੇ ਕੁਐਸਚਨ ਕਰ ਲਏ, ਲੋਕ ਜੰਤਰ ਮੰਤਰ 'ਤੇ ਧਰਨੇ ਦੇ ਲਏ, ਕੋਈ ਭੁੱਖ ਹੜਤਾਲ 'ਤੇ ਵੀ ਬੈਠੇ, ਪਰ ਕੋਈ ਅਸਰ ਨਹੀਂ ਪਿਆ। ਉਹਨਾਂ ਨੂੰ ਬਸ ਉਹ ਦੱਸ ਦਿੰਦੇ ਜੀ ਇੱਕ ਕਿਤਾਬ ਛਪੀ ਹੈ, ਉਹਦੇ 'ਚ ਉਹਨਾਂ ਦਾ ਨਾਂ ਦਿੱਤਾ ਹੈ, ਦੈਟਸ ਆਲ। ਪਰਿਵਾਰ ਲੜਾਈ ਲੜ ਰਿਹਾ ਹੈ, ਪਰਿਵਾਰ ਤਾਂ ਨਹੀਂ ਇਸ ਗੱਲ ਨੂੰ ਬਹੁਤਾ ਅਹਿਮੀਅਤ ਦਿੰਦਾ ਵੀ ਕੁਝ ਸ਼ਹੀਦ ਤੇ ਮੰਨੇ ਹੋਏ ਨੇ ਸਭ ਨੇ, ਕਿਉਂਕਿ ਲੋਕਾਂ ਦੇ ਦਿਲਾਂ 'ਚ ਨੇ, ਲੋਕ ਮੰਨਦੇ ਨੇ। ਔਰ ਅੱਗੇ ਨਾਲੋਂ ਅਸੀਂ ਕਹੀਏ ਵੀ ਉਹਨਾਂ ਦੀ ਫੋਲੋਇੰਗ, ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚ ਰਹੀ ਹੈ। ਔਰ ਅੱਜ ਜੋ ਦੇਖਦੇ ਹਾਂ ਕਿ ਨੌਜਵਾਨ ਜਿਹੜਾ ਇੱਥੇ ਬੈਠਾ ਹੈ, ਖਾਸ ਤੌਰ 'ਤੇ ਧਰਨੇ 'ਤੇ,
ਇਹਨਾਂ 'ਚ ਇੱਕ ਜੋਸ਼ ਹੈ, ਉਸ ਚੀਜ਼ ਨੂੰ ਆਈਡੀਅਲੀ ਉਹਨਾਂ ਨੂੰ ਸਮਝ ਰਹੇ ਆ ਕਿ ਸਾਨੂੰ ਲੜਾਈ ਲੜਨੀ ਪੈਣੀ ਹੈ, ਔਰ ਇਸ ਤਰ੍ਹਾਂ ਹਰ ਕੰਮ ਕਰਨ ਨੂੰ ਹਰ ਤਰ੍ਹਾਂ ਦਾ ਜੋ ਵੀ ਰਸਤੇ ਬਣਦੇ ਆ ਉਸ ਵਾਸਤੇ ਤਿਆਰ ਬੈਠਾ ਹੈ। ਇਹ ਉਹਨਾਂ ਦੀ ਚੀਜ਼ ਹੀ ਹੈ ਕਿ ਉਹਨਾਂ ਦੀ ਸੋਚ ਅੱਜ ਕੰਮ ਕਰ ਰਹੀ ਹੈ। ਬਿਲਕੁਲ, ਲੋਕ ਉਹਨਾਂ ਨੂੰ ਆਈਕਨ ਮੰਨ ਕੇ ਕਰ ਰਹੇ ਨੇ, ਔਰ ਉਹਨਾਂ ਦੀ ਆਈਡੀਓਲੋਜੀ ਨੂੰ ਪੜ੍ਹਦੇ ਨੇ ਕਿਤੇ ਨਾ ਕਿਤੇ। ਮਤਲਬ ਅਸੀਂ ਤਾਂ ਆਪਣੇ ਤਰਫ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਕਿ ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਉਹ ਨੌਜਵਾਨਾਂ ਤੱਕ ਪਹੁੰਚੇ, ਵੀ ਕੀ ਉਹਨਾਂ ਦੀ ਸੋਚ ਸੀ, ਕਿਸ ਤਰ੍ਹਾਂ ਉਹਨਾਂ ਨੇ ਸੋਚਿਆ ਸੀ ਅੱਜ ਤੋਂ 90 ਸਾਲ ਪਹਿਲੇ। ਜੋ ਉਹਨਾਂ ਨੇ ਆਪਣੀ ਲਿਖਤਾਂ 'ਚ ਲਿਖਿਆ ਹੈ ਉਹ ਅੱਜ ਦੀ ਢੁਕਵੀਆਂ ਚੀਜ਼ਾਂ ਨੇ। ਪਰਿਵਾਰ ਤੁਹਾਡਾ ਹੈਗਾ ਇੰਨੇ ਵੱਡੇ ਸ਼ਹੀਦ ਦਾ ਪਰਿਵਾਰ ਹੈ, ਉਸ ਤੋਂ ਪਹਿਲਾਂ ਵੀ ਜਿਹੜੇ ਤੁਹਾਡੇ ਪੂਰਵਜ ਹੈਗੇ ਉਹ ਵੀ ਲੜਾਈਆਂ ਲੜਦੇ ਰਹੇ ਹੈ, ਕੋਈ ਸਹੂਲਤ ਸਰਕਾਰ ਦੇ ਵੱਲੋਂ ਅੱਜ ਤੱਕ ਤੁਹਾਨੂੰ ਕੋਈ ਦਿੱਤੀ ਗਈ? ਉਸ ਪਾਸੇ ਸਰਕਾਰ ਨੂੰ ਵੇਲ ਨਹੀਂ ਨਾ ਮੰਗੀ ਕਿਸੇ ਨੇ। ਸਰਕਾਰ ਜਦੋਂ ਅੰਗਰੇਜ਼ਾਂ ਤੁਹਾਡੀ ਉਹ ਆਪਣਾ ਬੜਾਪਣਾ ਨਹੀਂ ਮੰਗ ਰਹੇ ਤੁਸੀਂ, ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਨਹੀਂ ਸੀ ਤੁਹਾਨੂੰ ਲੱਗਦਾ? ਮੈਂ ਕਹਿ ਰਿਹਾ ਨਹੀਂ, ਉਹਨਾਂ ਦੇ ਤੇ ਇਹ ਦੂਜੇ ਪਾਸੇ ਨੂੰ ਗੱਲ ਚਲੀ ਜਾਂਦੀ ਹੈ, ਪਰ ਜਿੰਨੇ ਵੀ ਫਰੀडम ਫਾਈਟਰ, ਚਲੋ ਸਾਡਾ ਪਰਿਵਾਰ ਤੇ ਛੱਡ ਦਿਓ, ਇੱਕ ਅਲੱਗ ਗਿਣਤੀ ਗਿਣਨੇ ਨੇ ਜਾਂ ਕਿਸੇ ਤਰ੍ਹਾਂ ਗਿਣਨੇ ਆ, ਪਰ ਆਮ ਜਿੰਨੇ ਵੀ ਸੁਤੰਤਰਤਾ ਸੈਨਾਨੀ ਰਹੇ ਨੇ ਉਹਨਾਂ ਨੂੰ 25 ਸਾਲ ਤੱਕ ਕਿਸੇ ਨੂੰ ਵਾਹ ਨਹੀਂ ਰਹੀ, ਔਰ 25 ਸਾਲ ਬਾਅਦ ਉਹਨਾਂ ਨੂੰ ਕਹਤਾ ਜੀ ਤੁਹਾਨੂੰ 300 ਰੁਪਏ ਪੈਨਸ਼ਨ ਦੇਵਾਂਗੇ, ਤੁਸੀਂ ਕਾਗਜ਼ ਲਿਆਓ ਵੀ ਤੁਸੀਂ ਜੇਲ੍ਹ 'ਚ ਰਹੇ ਹੋ, ਸਰਟੀਫਿਕੇਟ ਲੈ ਕੇ ਆਓ। ਉਹਦੇ ਤੋਂ ਇਹ ਲੱਗਦਾ, ਜੋ ਸਾਡੇ ਬਜ਼ੁਰਗ ਦੱਸਦੇ ਸੀ, ਫਾਦਰ ਸੀਗੇ, ਲਾਈਵ ਗੱਲ ਹੁੰਦੀ ਰਹਿੰਦੀ ਸੀ ਵੀ ਇਹ ਅੰਗਰੇਜ਼ਾਂ ਨਾਲ ਇੱਕ ਸਮਝੌਤਾ ਸੀ ਵੀ ਤੁਸੀਂ ਜਿੰਨੇ ਵੀ ਇਹ ਆਜ਼ਾਦੀ ਘੁਲਾਟੀਏ ਹੈਗੇ ਨੇ ਇਹਨਾਂ ਨੂੰ ਇਗਨੋਰ ਕਰਨਾ ਹੈ। ਅੱਛਾ, ਹੈ ਜੀ। ਉਹ ਤਾਂ ਹੀ ਇਹ ਗੱਲ ਹੈਗੀ ਆਮ ਪਰਿਵਾਰਾਂ ਬਾਰੇ ਨਹੀਂ ਪਤਾ। ਹੁਣ ਉਹਦੇ 'ਚ 25 ਸਾਲ ਦਾ ਮਤਲਬ ਜਦੋਂ 47 'ਚ ਆਜ਼ਾਦ ਹੋਇਆ ਮੁਲਕ, ਉਸ ਵੇਲੇ ਆਮ ਜਿਹੜਾ ਬੰਦਾ ਜਿਹਨੇ ਇਸ ਪਾਰਟੀਸਪੇਟ ਕੀਤਾ ਹੈ 25 ਸਾਲ ਦੀ ਉਮਰ ਲਾ ਲਈ ਹੁੰਦੀ, 25 ਸਾਲ ਬਾਅਦ ਉਹਨੂੰ ਪੁੱਛਿਆ ਹੀ ਨਹੀਂ ਗਿਆ। 50 ਸਾਲ ਦਾ ਹੋ ਗਿਆ, 50 ਸਾਲ ਬਾਅਦ ਉਹਨੂੰ ਕਿਹਾ ਵੀ ਤੂੰ ਸਰਟੀਫਿਕੇਟ ਲਿਆ ਆਪਣਾ, ਤੂੰ ਜੇਲ੍ਹ 'ਚ ਰਿਹਾ। ਹੁਣ ਖਾਸ ਤੌਰ 'ਤੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਮੈਕਸਿਮਮ ਮਾਈਗ੍ਰੇਟ ਹੋ ਕੇ ਆਏ, ਪਾਕਿਸਤਾਨ ਰਹਿ ਗਿਆ। ਹੁਣ ਉਹ ਪਾਕਿਸਤਾਨ ਤੋਂ ਸਰਟੀਫਿਕੇਟ ਲੈਣ ਜਾਊ ਕੋਈ? ਬਿਲਕੁਲ। ਮਤਲਬ ਫਿਰ ਉਹਨੂੰ ਲਾ ਦਿਓ ਕੰਮ, ਪਰ ਉਹ ਲਾਇਆ, ਔਰ ਚਲੋ ਪੈਨਸ਼ਨ ਲਾਤੀਆਂ। ਹੁਣ ਇਹ ਵੀ ਗੱਲ ਕਿਤੇ ਜਿਸ ਵੇਲੇ ਸਰਕਾਰ ਦੇ ਵਿੱਚ ਨਹੀਂ ਸੀ, ਸਰਕਾਰ ਜਿਹੜੀ ਮੌਜੂਦਾ ਸਰਕਾਰ ਪਾਵਰ 'ਚ ਨਹੀਂ ਸੀ, ਉਹਨਾਂ ਨੇ ਕਹਿਤਾ ਜੀ ਅਸੀਂ ਸ਼ਹੀਦੀ ਦਾ ਦਰਜਾ ਦੇਵਾਂਗੇ, ਵਾਅਦੇ ਕਰਕੇ ਆਏ। ਔਰ ਫਿਰ ਇਹੀ ਗੱਲ ਫਿਰ ਲੱਗਦੀ ਹੈ ਕਿ ਇਹ ਵੀ ਇੱਕ ਉਹਨਾਂ ਦੀ ਚੀਜ਼ ਦੇ ਵਿੱਚ ਉਸ ਐਗਰੀਮੈਂਟ ਜਿਹੜੇ ਸਰਕਾਰ 'ਚ ਹੋ, ਪਾਵਰ 'ਚ ਹੋਊਗਾ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਅੰਦਰਲੀ ਕੀ ਗੱਲ ਹੈ। ਤੁਹਾਡੇ ਤੇ ਪਰਮਾਤਮਾ ਦੀ ਮਿਹਰ ਹੈ, ਤੁਸੀਂ ਚੰਗੀ ਸਥਿਤੀ 'ਚੋਂ। ਕੁਝ ਆਜ਼ਾਦੀ ਘੁਲਾਟਿਆਂ ਦੇ ਜਿਹੜੇ ਪਰਿਵਾਰ ਹੈਗੇ ਆ ਉਹ ਤਾਂ ਬਹੁਤ ਜ਼ਿਆਦਾ ਮਾੜੀ ਸਥਿਤੀ ਦੇ ਵਿੱਚ ਨੇ। ਤੁਹਾਨੂੰ ਮਲਾਲ ਹੈ ਕਿ ਜਿਸ ਤਰੀਕੇ ਦੇ ਨਾਲ ਇਗਨੋਰ ਕੀਤਾ ਜਾ ਰਿਹਾ ਸ਼ਹੀਦਾਂ ਦੇ ਪਰਿਵਾਰਾਂ? ਦੇਖੋ, ਮਲਾਲ ਤਾਂ ਹੈ ਹੀ ਹੈ। ਅਸੀਂ ਹੁਣ ਜਾਈਦਾ, ਚਲੋ ਮਤਲਬ ਹਰੇਕ ਦੀ ਗੱਲ ਨਹੀਂ ਮੈਂ ਕਰਦਾ। ਸਾਡਾ ਤਾਂ ਪਰਿਵਾਰ ਉਸ ਵੇਲੇ ਜਿਸਲੇ ਸ਼ਹੀਦ ਆਜ਼ਮ ਨੂੰ ਪਹਿਲੀ ਵਾਰੀ ਅਰੈਸਟ ਹੋਏ ਨੇ ਤਾਂ 60,000 ਰੁਪਏ ਦੀ ਉਸ ਟਾਈਮ 'ਤੇ ਜ਼ਮਾਨਤ ਦਿੱਤੀ ਗਈ। ਉਸ ਸਮੇਂ ਦੀ ਹਿਸਾਬ ਲਾ ਲਓ, 60 ਕੀ ਮਤਲਬ ਅੱਜ ਤੇ ਕਰੋਨਾ 'ਚ ਲਾ ਲਓ, ਉਦੋਂ ਤੇ ਮਤਲਬ 5 ਰੁਪਏ ਦੀ ਕੁਇੰਟਲ ਵਾਲੀ ਕਣਕ ਦਾ ਰੇਟ ਹੋਣਾ ਹੈ, ਤੇ ਅੱਜ ਤੁਸੀਂ ਕਿੱਥੇ? ਤੇ ਮਤਲਬ ਉਸ ਚੀਜ਼ ਨੂੰ ਵੇਖਦੇ ਹੋਏ ਬਹੁਤ ਸਾਰੇ ਬੰਦੇ ਤੇ ਐਵੇਂ ਹੀ ਰੁਲ ਗਏ। ਉਹਨਾਂ ਦੇ ਅੱਜ ਵੀ ਹਾਲਾਤ ਬਹੁਤੇ ਚੰਗੇ ਨਹੀਂ ਗਾ। ਚਲੋ ਬੱਚੇ ਕਿਸੇ ਦੇ ਪੜ੍ਹ ਗਏ, ਕੁਛ ਕਿਤੇ ਨੌਕਰੀ ਲੱਗ ਗਏ, ਅਦਰਵਾਈਜ਼ ਕਿਸੇ ਨੂੰ ਕੋਈ ਬੈਨੀਫਿਟ ਵਾਲੀ ਗੱਲ ਹੈ ਉਹ ਨਹੀਂ ਹੈ, ਸਰਕਾਰ ਵੱਲੋਂ ਨਹੀਂ। ਗੱਲਬਾਤ ਕਰ ਲਈ, ਤੁਹਾਨੂੰ ਥੈਂਕ ਯੂ ਜੀ। ਆਏ ਸਨ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ, ਜੋ ਕਿਸਾਨਾਂ ਦਾ ਸਾਥ ਦੇਣ ਦੇ ਲਈ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਸੀ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ TV, ਸਿੰਘੂ ਬਾਰਡਰ।